ਉਹ ਪਾਰੇ ਵਾਂਗੂ ਸਵੇਦ ਚਿੱਟੇ ਰੰਗ ਵਾਲੀ ਹੈ ਤੇ ਨਾਰਦ ਵਾਂਗੂ ਉਜਵਲ ਸਰੂਪ ਵਾਲੀ ਹੈ, ਜਿਸ ਦਾ ਰੰਗ ਜਿਹੜਾ ਹੈ ਬੜਾ ਹੀ ਵਿਸਾਰਦ ਹੈ, ਬੜਾ ਹੀ ਉਜਵਲ ਹੈ। ਅਥਵਾ ਜੋ ਸਰਸਵਤੀ ਬੜੀ ਹੀ ਵਿਸਾਰਦ ਨਾਮ ਚਤੁਰ ਹੈ, ਸੂਝਵਾਨ ਹੈ। ਸਾਰਦ ਚੰਦਰ ਮੁਖੀ ਦੁਤ ਸੁੰਦਰ। ਸਰਸਵਤੀ ਦਾ ਜਿਹੜਾ ਮੁਖ ਹੈ, ਉਸ ਦੀ ਜਿਹੜੀ ਸ਼ੋਭਾ ਹੈ, ਦੁੱਤ ਨਾਮ ਸ਼ੋਭਾ, ਉਹ ਸਾਰਦ ਚੰਦਰਮੁਖੀ। ਸਰਦੀ ਰੁੱਤ ਦੇ ਵਿੱਚ ਜਿਵੇਂ ਪੂਰਨਮਾਸ਼ੀ ਦਾ ਚੰਦਰਮਾ ਸਵੇਦ ਚਿੱਟਾ ਉਜਵਲ ਹੁੰਦਾ ਹੈ, ਇਸ ਤਰ੍ਹਾਂ ਸਰਸਵਤੀ ਦੇ ਮੁਖ ਦੀ ਸ਼ੋਭਾ ਹੈ। ਸ਼੍ਰੀ ਗੁਣ ਸੁੰਦਰ ਬੁੱਧ ਉਦਾਰਦ। ਫਿਰ ਸ਼੍ਰੀ ਨਾਮ ਸ਼ੋਭਾ ਸੰਯੁਗਤ, ਸ਼ੁਭ ਗੁਣਾਂ ਦੀ ਮੰਦਰ ਹੈ, ਸ਼ੁਭ ਗੁਣਾਂ ਦੀ ਘਰ ਹੈ ਸਰਸਵਤੀ। ਤੇ ਬੁੱਧ ਉਦਾਰਦ, ਉਦਾਰਦ ਨਾਮ ਸ੍ਰੇਸ਼ਟ ਦਾ ਹੈ। ਸ੍ਰੇਸ਼ਟ ਜਿਹੜੀ ਉਜਵਲ ਬੁੱਧੀ ਹੈ, ਉਸ ਨੂੰ ਪ੍ਰਦਾਨ ਕਰਨ ਵਾਲੀ ਹੈ, ਉਜਵਲ ਸ੍ਰੇਸ਼ਟ ਬੁੱਧੀ ਨੂੰ ਦੇਣ ਵਾਲੀ ਹੈ। ਦਾਰਦ ਦੁੰਦ ਬਿਲੰਦ ਨਿਕੰਦ। ਦਾਰਦ ਨਾਮ ਦਰਿਦਰ ਦਾ ਹੈ, ਗਰੀਬੀ ਦਾ ਹੈ, ਅਤੇ ਦੁੰਦ ਨਾਮ ਦੁੱਖ ਦਾ ਹੈ, ਕਸ਼ਟ ਦਾ ਹੈ। ਦਰਿਦਰ ਗਰੀਬੀ ਆਦ ਜਿਹੜੇ ਵੱਡੇ ਦੁੱਖ ਹਨਗੇ, ਇਹਨਾਂ ਨੂੰ ਨਿਕੰਦਨ ਵਾਲੀ ਹੈ, ਇਹਨਾਂ ਨੂੰ ਸਰਸਵਤੀ ਕੱਟਣ ਵਾਲੀ ਹੈ। ਆਨੰਦ ਆਧਾਰਿਤ ਦੀਹ ਵਿਚਾਰਦ। ਅਤੇ ਫਿਰ ਆਨੰਦ ਆਧਾਰਦ, ਆਨੰਦ ਨਾਮ ਖੁਸ਼ੀ ਦਾ ਹੈ, ਖੇੜੇ ਦਾ ਹੈ। ਤੇ ਆਧਾਰਦ, ਦਾਰਦ ਹੁੰਦੀ ਹੈ ਗਰੀਬੀ, ਤੇ ਆਧਾਰਦ ਹੁੰਦੀ ਹੈ ਖੁਸ਼ਹਾਲੀ, ਸੰਪਤੀ, ਵਿਭੂਤੀ ਆਦਿ, ਇਸ ਨੂੰ ਵੀ ਦੇਣ ਵਾਲੀ ਹੈ। ਅਤੇ ਫਿਰ ਦੀਹ ਵਿਚਾਰਦ, ਵੱਡੀ ਜਿਹੜੀ ਵਿਚਾਰ ਹੈ ਬੁੱਧੀ ਦੇ ਵਿੱਚ, ਸ੍ਰੇਸ਼ਟ ਅਤੇ ਉੱਤਮ ਵਿਚਾਰ ਨੂੰ ਦੇਣ ਵਾਲੀ ਹੈ। ਚਾਰ ਦਇਆ ਨਿਧ ਕੇ ਪਗ ਪੰਕਜ। ਤਿਸ ਦਇਆ ਨਿਧ, ਜੋ ਦਇਆ ਦੀ ਨਿਧ ਖਜ਼ਾਨਾ ਹੈ, ਦਇਆ ਦੀ ਨਿਧ ਨਾਮ ਸਮੁੰਦਰ ਹੈ। ਤਿਸ ਸਰਸਵਤੀ ਦੇ ਚਾਰ ਪਗ ਪੰਕਜ, ਜਿਹੜੇ ਸੁੰਦਰ ਚਰਨ ਕਮਲ ਹਨ। ਬੰਧਨ ਨਾਮ ਜਪਉ ਬਰ ਸਾਰਦ। ਉਹਨਾਂ ਚਰਨਾਂ ਤੇ ਬੰਦਨਾ ਕਰਦੇ ਹਾਂ, ਅਤੇ ਜਪੋਂ ਬਰ ਸਾਰਦ। ਬਰ ਸ੍ਰੇਸ਼ਟ ਜਿਹੜੀ ਸਾਰਦ ਸਰਸਵਤੀ ਹੈ, ਇਸ ਨੂੰ ਜਪੋਂ ਜਪਣਾ ਕਰਦੇ ਹਾਂ। ਕਵੀ ਜੀ ਦੀ ਕਾਵਿ ਰਚਨਾ ਜਿਹੜੀ ਹੈ, ਉਹ ਬਾ ਕਮਾਲ ਦੀ ਹੈ। ਸਾਰਦ ਤੋਂ ਆਰੰਭ ਕਰਦੇ ਹੈ ਪੰਗਤੀ, ਅਤੇ ਪ੍ਰਥਮਲੀ ਪੰਗਤੀ ਸਾਰਦ ਤੇ ਸਮਾਪਤ ਕਰਕੇ ਉਸ ਨੂੰ ਫਿਰ ਸਾਰਦ ਤੋਂ ਹੀ ਆਰੰਭ ਕਰਦੇ ਹੈ। ਤੇ ਦੂਤੀਏ ਪੰਗਤੀ ਦਾਰਦ ਤੋਂ ਸਮਾਪਤ ਕਰਕੇ, ਤੇ ਤ੍ਰਿਤੀਏ ਪੰਗਤੀ ਜਿਹੜੀ ਉਹ ਦਾਰਦ ਤੋਂ ਆਰੰਭ ਕਰਦੇ ਹੈ। ਤੇ ਚਤੁਰਥ ਪੰਗਤੀ ਜਿਹੜੀ ਹੈ, ਉਸ ਨੂੰ ਫਿਰ ਸਾਰਦ ਤੇ ਜਾ ਕੇ ਸਮਾਪਤ ਕਰਦੇ ਆ। ਸਾਰਦ ਬਾਰਦ ਤੋਂ ਇਹ ਸਵਈਆ ਆਰੰਭ ਹੋਇਆ, ਤੇ ਜਪੋਂ ਬਰ ਸਾਰਦ, ਫਿਰ ਸਾਰਦ ਤੇ ਜਾ ਕੇ ਸਮਾਪਤ ਹੋਇਆ। ਕਵੀ ਜੀ ਦੀ ਕਾਵਿ ਰਚਨਾ ਬਾ ਕਮਾਲ ਦੀ ਹੈ। ਸੋ ਕਵੀ ਸੰਕੇਤ ਮਰਜ਼ਾਦਾ ਅਨੁਸਾਰ ਮੰਗਲ ਕਰਦੇ ਹੈ, ਤੇ ਇਹੀ ਮੰਗਲ ਨੂੰ ਗੁਰਬਾਣੀ ਦੇ ਰੂਪ ਦੇ ਵਿੱਚ ਵੀ ਇਸ ਤਰ੍ਹਾਂ ਜਿਹੜਾ ਹੈ ਉਹ ਸਮਝਣਾ। ਸਾਰਦ ਬਾਰਦ ਕੀ ਕਰ ਭਾਰਦ। ਸਾਰਦ ਨਾਮ ਹੁੰਦਾ ਸਰਸਵਤੀ ਦਾ। ਸਰਸਵਤੀ ਕਹਿੰਦੇ ਹੈ ਬਾਣੀ ਨੂੰ, ਤੇ ਬਾਣੀ ਤੋਂ ਭਾਵ ਲੈਣਾ ਹੈ ਗੁਰਬਾਣੀ।
ਜਿਹੜੀ ਪਾਵਨ ਪਵਿੱਤਰ ਗੁਰੂ ਮੁਖ ਤੋਂ ਉਚਾਰਨ ਕੀਤੀ ਹੋਈ ਗੁਰਬਾਣੀ ਹੈ, ਉਹ ਗੁਰਬਾਣੀ ਐਸੀ ਉਜਵਲ ਹੈ, ਐਸੀ ਪ੍ਰਕਾਸ਼ ਸਰੂਪ ਹੈ ਕਿ ਸਰਦੀ ਰੁੱਤ ਦੇ ਬੱਦਲਾਂ ਨੂੰ ਵੀ ਰੱਦ ਕਰਦੀ ਹੈ, ਸਰਦੀ ਰੁੱਤ ਦੇ ਬੱਦਲਾਂ ਨੂੰ ਵੀ ਮਾਤ ਪਾਉਂਦੀ ਹੈ। ਪਾਰਦ ਨਾਰਦ ਰੰਗ ਬਿਸਾਰਦ। ਫਿਰ ਪਾਰਦ ਅਤੇ ਨਾਰਦ ਪਾਰੇ ਵਾਂਗੂ ਉਜਵਲ ਅਤੇ ਨਾਰਦ ਵਾਂਗੂ ਉਜਵਲਤਾ ਜਿਹੜੀ ਹੈ ਇਹ ਪ੍ਰਦਾਨ ਕਰਨ ਵਾਲੀ ਹੈ, ਅਤੇ ਬੜੀ ਵਿਸਾਰਦ ਨਾਮ ਚਤੁਰ ਹੈ। ਅਥਵਾ ਪਾਰਦ ਨਾਮ ਪਾਰੇ ਵਾਂਗੂ ਜਿਹੜਾ ਚੰਚਲ ਮਨ ਹੈ, ਅਤੇ ਨਾਰਦ ਕਿਉਂਕਿ ਪਾਰਾ ਵੀ ਚੰਚਲ ਹੁੰਦਾ ਹੈ, ਨਾਰਦ ਵੀ ਚੰਚਲਤਾਈ ਦਾ ਨਾਮ ਹੈ। ਸੋ ਜਿਹੜਾ ਇਹ ਚੰਚਲ ਮਨ ਹੈ ਪਾਰੇ ਵਾਂਗੂ ਅਥਵਾ ਨਾਰਦ ਵਾਂਗੂ, ਜਿਹੜੀ ਇਹ ਬੁੱਧੀ ਅਥਵਾ ਬਿਰਤੀ ਬੜੀ ਚੰਚਲ ਹੈ, ਇਸ ਨੂੰ ਗੁਰੂ ਦੇ ਚਰਨਾਂ ਕਮਲਾਂ ਦੇ ਰੰਗ ਨਾਮ ਪ੍ਰੇਮ ਦੇ ਵਿੱਚ ਲਾ ਕੇ ਗੁਰਬਾਣੀ ਜਿਹੜੀ ਹੈ ਨਾ ਇਹ ਵਿਸਾਰਦ ਚਤੁਰ, ਵਿਸਾਰਦ ਨਾਮ ਉਜਵਲ, ਵਿਸਾਰਦ ਨਾਮ ਸ੍ਰਿਸ਼ਟ ਬਣਾ ਦੇਣ ਵਾਲੀ ਐਸੀ ਗੁਰਾਂ ਦੀ ਗੁਰਬਾਣੀ ਹੈ ਕਿ ਮਨ ਜਿਹੜਾ ਮਲੀਨਤਾ ਕਾਰਨ ਚੰਚਲ ਹੋ ਰਿਹਾ ਹੈ ਨਾ ਨਾਰਦ ਵਾਂਗੂ ਅਥਵਾ ਪਾਰੇ ਵਾਂਗੂ, ਇਸ ਚੰਚਲ ਮਨ ਨੂੰ ਗੁਰੂ ਦੇ ਚਰਨਾਂ ਦਾ ਰੰਗ ਪ੍ਰੇਮ ਬਖਸ਼ ਕੇ ਤੇ ਪ੍ਰੇਮ ਵਿੱਚ ਜੋੜ ਕੇ ਟਿਕਾ ਦਿੰਦੀ ਹੈ ਅਤੇ ਵਿਸਾਰਦ ਉਜਵਲ ਬਣਾ ਦਿੰਦੀ ਹੈ ਗੁਰਬਾਣੀ। ਸਾਰਦ ਚੰਦਰ ਮੁਖੀ ਦੁਤ ਸੁੰਦਰ। ਫਿਰ ਗੁਰਬਾਣੀ ਜਿਹੜੀ ਹੈ ਉਹ ਐਸੀ ਸੌਂਦਰਯ ਸਰੂਪ ਵਾਲੀ ਹੈ ਕਿ ਸਰਦੀ ਰੁੱਤ ਦੇ ਚੰਦਰਮਾ ਵੱਤ ਜਿਸ ਦੇ ਮੁਖ ਦੀ ਸ਼ੋਭਾ ਹੈ, ਅਥਵਾ ਜਿਹੜਾ ਗੁਰਬਾਣੀ ਦਾ ਅਭਿਆਸ ਕਰਦਾ ਹੈ, ਗੁਰਬਾਣੀ ਦਾ ਜਾਪ ਕਰਦਾ ਹੈ, ਗੁਰਬਾਣੀ ਦੀ ਵਿਚਾਰ ਕਰਦਾ ਹੈ, ਉਸ ਗੁਰਸਿੱਖ ਦੇ ਮੁਖ ਨੂੰ ਸਰਦੀ ਰੁੱਤ ਦੇ ਚੰਦਰਮਾ ਵਾਂਗੂ ਉਜਵਲ ਬਣਾ ਦਿੰਦੀ ਹੈ। ਐਸੀ ਇਹ ਪਾਵਨ ਗੁਰਬਾਣੀ ਹੈ। ਸ਼੍ਰੀ ਗੁਣ ਸੁੰਦਰ ਬੁੱਧ ਉਦਾਰਦ। ਸ਼੍ਰੀ ਸ਼ੋਭਾ ਸੰਯੁਗਤ ਜਿਹੜੇ ਦੈਵੀ ਗੁਣ ਹੈ ਉਹ ਸਾਰੇ ਹੀ ਪ੍ਰਦਾਨ ਕਰ ਦਿੰਦੀ ਹੈ ਗੁਰਬਾਣੀ। ਜੈਸੇ ਸਤ, ਸੰਤੋਖ, ਦਇਆ, ਧਰਮ, ਵਿਵੇਕ, ਖਟ ਸੰਪਤੀ, ਮਮੋਖਸ਼ ਇੱਛਾ, ਇਹ ਜਿਹੜੀ ਦੈਵੀ ਸੰਪਦਾ ਹੈ ਸ਼ੋਭਾ ਸੰਯੁਗਤ, ਉਹਨਾਂ ਗੁਰਸਿੱਖਾਂ ਦੇ ਹਿਰਦੇ ਅੰਦਰ ਸਾਰੇ ਦੈਵੀ ਗੁਣ ਭਰ ਦਿੰਦੀ ਹੈ ਗੁਰਬਾਣੀ। ਜਿਹੜੇ ਗੁਰਬਾਣੀ ਨੂੰ ਪੜ੍ਹਦੇ ਆ, ਗੁਰਬਾਣੀ ਨੂੰ ਸੁਣਦੇ ਆ, ਗੁਰਬਾਣੀ ਨੂੰ ਵਿਚਾਰਦੇ ਆ, ਗੁਰਬਾਣੀ ਉਹਨਾਂ ਦੇ ਅੰਦਰ ਸਾਰੇ ਹੀ ਦੈਵੀ ਗੁਣ ਜਿਹੜੇ ਹੈ ਉਹ ਭਰ ਦਿੰਦੀ ਹੈ। ਅਤੇ ਫਿਰ ਬੁੱਧ ਉਦਾਰਦ, ਜਿਹੜੀ ਉਦਾਰਦ ਨਾਮ ਸ੍ਰੇਸ਼ਟ ਆਤਮ ਵਿਸ਼ੈਣੀ ਬੁੱਧੀ ਹੈ ਉਸ ਨੂੰ ਪ੍ਰਦਾਨ ਕਰ ਦਿੰਦੀ ਹੈ। ਜਿਹੜੀ ਵਿਸ਼ੇ ਵਿਸ਼ੈਣੀ ਬੁੱਧੀ ਮਲੀਨ ਹੈ ਉਹਨੂੰ ਨਾਸ ਕਰਕੇ ਤੇ ਜਿਹੜੀ ਸੁੰਦਰ ਆਤਮ ਵਿਸ਼ੈਣੀ ਬੁੱਧੀ ਹੈ ਉਸ ਨੂੰ ਦੇ ਦਿੰਦੀ ਹੈ ਗੁਰਬਾਣੀ। ਦਾਰਿਦ ਦੁੰਦ ਬੇਲੰਦ ਨਿਕੰਦ। ਗੁਰਬਾਣੀ ਦੀ ਐਸੀ ਮਹਿਮਾ ਹੈ, ਜਿਹੜਾ ਗੁਰਬਾਣੀ ਨੂੰ ਪ੍ਰੇਮ ਨਾਲ ਪੜ੍ਹਦਾ, ਸੁਣਦਾ, ਵਿਚਾਰਦਾ ਹੈ, ਗੁਰਬਾਣੀ ਉਸ ਦਾ ਦਾਰਿਦ ਪ੍ਰਤਖਸ਼ ਵੀ ਦਰਿਦਰ ਗਰੀਬੀ ਮੇਟ ਦਿੰਦੀ ਹੈ। ਸੰਸਾਰਕ ਤਲ ਤੇ ਜਿਹੜੀ ਗਰੀਬੀ ਹੈ ਇਸ ਗਰੀਬੀ ਨੂੰ ਵੀ ਮੇਟ ਦਿੰਦੀ ਹੈ। ਅਤੇ ਦੁੰਦ ਜਿਹੜੇ ਸੰਸਾਰ ਵਿਚਲੇ ਦੁੱਖ ਹਨਗੇ ਉਹਨਾਂ ਦੁੱਖਾਂ ਨੂੰ ਵੀ ਨਿਕੰਦ ਕੱਟ ਦਿੰਦੀ ਹੈ। ਇਸੇ ਪ੍ਰਕਾਰ ਜਿਹੜੀ ਦਾਰਿਦ ਦਰਿਦਰਤਾਈ ਪਰਮਾਰਥ ਵੱਲੋਂ ਹੈ, ਪਰਮਾਰਥ ਵੱਲੋਂ ਆਪਾਂ ਸਾਰੇ ਦਰਿਦਰ, ਦਰਿਦਰ ਨਾਮ ਗਰੀਬ, ਆਪਾਂ ਸਾਰੇ ਹੀ ਗਰੀਬ ਆ।
ਨਾਮ ਰੂਪੀ ਧਨ ਹੀ ਪਰਮਾਰਥ ਵਿੱਚ ਪ੍ਰਲੋਕ ਦੇ ਵਿੱਚ ਚੱਲਦਾ ਹੈ ਤੇ ਨਾਮ ਰੂਪੀ ਧਨ ਤੋਂ ਆਪਾਂ ਸਾਰੇ ਰਿਕਤਾ। ਇੱਥੇ ਭਾਵੇਂ ਕੋਈ ਪ੍ਰਤੱਖਸ਼ ਮਾਇਆ ਕਰਕੇ ਧਨਾੜ ਸ਼ਾਹੂਕਾਰ ਰਈਸ ਵੀ ਅਖਵਾਉਂਦਾ ਹੋਵੇ, ਪਰ ਅੱਗੇ ਗਿਆ ਜਾਣੀਐ ਵਿਣ ਨਾਵੈ ਵੇਕਾਰ। ਇਹ ਤਾਂ ਇੱਥੇ ਹੀ ਰੱਖੀ ਹੈ ਨਾਵ ਸਲਾਰ, ਇੱਥੇ ਹੀ ਸਲਾਰ ਪਾਤਸ਼ਾਹ ਵੱਡੇ ਵੱਡੇ ਧਨਾੜ ਆਪਣਾ ਨਾਮ ਰਖਵਾਉਂਦੇ ਹੈ, ਪਰ ਅੱਗੇ ਗਿਆ ਜਾਣੀਐ ਪ੍ਰਲੋਕ ਵਿੱਚ ਜਾ ਕੇ ਪਤਾ ਲੱਗਦਾ ਹੈ ਉੱਥੇ ਨਾਮ ਜਪਣ ਵਾਲਾ ਹੀ ਸੱਚਾ ਸ਼ਾਹੂਕਾਰ ਹੈ, ਨਾਮ ਜਪਣ ਵਾਲਾ ਹੀ ਵੱਡਾ ਧਨਾੜ ਹੈ, ਨਾਮ ਜਪਣ ਵਾਲਾ ਹੀ ਉੱਥੇ ਰਾਈਸ ਹੈ ਤੇ ਵਿਣ ਨਾਵੈ ਵੇਕਾਰ। ਸੋ ਨਾਮ ਧਨ ਨਾ ਹੋਣੇ ਕਰਕੇ ਆਪਾਂ ਸਾਰੇ ਦਰਿਦਰੀ ਹਾਂ, ਆਪਾਂ ਗਰੀਬ ਹਾਂ। ਪਰਮਾਰਥ ਵੱਲੋਂ ਗਰੀਬ ਹੋਣੇ ਕਰਕੇ ਸਾਨੂੰ ਦੁੱਖਾਂ ਨੇ ਘੇਰਿਆ ਹੋਇਆ ਹੈ, ਜੰਮਣ ਤੇ ਮਰਨ ਦੇ ਦੁੱਖਾਂ ਵਿੱਚ ਗ੍ਰਸੇ ਹੋਏ ਹਾਂ। ਜਮਾਂ ਦੀਆਂ ਮਾਰਾਂ ਰੂਪੀ ਦੁੱਖ ਜਿਹੜੇ ਆ ਉਹ ਆਪਾਂ ਨੂੰ ਆ ਕੇ ਪੋਹ ਲੈਂਦੇ ਆ, ਨਰਕਾਂ ਦੀਆਂ ਸਜ਼ਾਵਾਂ ਦੇ ਦੁੱਖ ਝੇਲਣੇ ਪੈਂਦੇ ਆ। ਪਰ ਜਿਹੜਾ ਪਾਵਨ ਗੁਰਬਾਣੀ ਨੂੰ ਜਪਦਾ ਹੈ, ਗੁਰਬਾਣੀ ਨੂੰ ਪੜ੍ਹਦਾ ਸੁਣਦਾ ਤੇ ਵਿਚਾਰਦਾ ਹੈ, ਗੁਰਬਾਣੀ ਉਸ ਦੇ ਇਹ ਦੋਨੋਂ ਹੀ ਦਰਿਦਰ ਕੱਟ ਦਿੰਦੀ ਹੈ। ਸੰਸਾਰਕ ਤਲ ਤੇ ਵੀ ਗਰੀਬੀ ਗੁਰਬਾਣੀ ਕੱਟਦੀ ਹੈ ਤੇ ਪਰਮਾਰਥਕ ਵੱਲੋਂ ਨਾਮ ਧਨ ਦੀ ਦਾਤ ਦੇ ਕਰਕੇ ਧਨਵਾਨ ਬਣਾ ਦਿੰਦੀ, ਸੱਚੇ ਸ਼ਾਹੂਕਾਰ ਬਣਾ ਦਿੰਦੀ ਹੈ। ਸੰਸਾਰਕ ਤਲ ਤੇ ਚਿੰਤਾ ਤਣਾਵ ਆਦ ਦੁੱਖ ਵੀ ਗੁਰਬਾਣੀ ਮੇਟਦੀ, ਭਾਣਾ ਮੰਨਣ ਦਾ ਉਪਦੇਸ਼ ਦਿੰਦੀ ਹੈ। ਅਤੇ ਫਿਰ ਪਰਮਾਰਥਕ ਤਲ ਤੇ ਜਿਹੜੇ ਜੰਮਣ ਮਰਨ ਦੇ ਦੁੱਖ ਜਾਂ ਨਰਕਾਂ ਦੀਆਂ ਸਜ਼ਾਵਾਂ ਦੇ ਦੁੱਖ ਉਹਨਾਂ ਨੂੰ ਵੀ ਕੱਟਦੀ ਹੈ। ਐਸੀ ਗੁਰਾਂ ਦੀ ਪਾਵਨ ਗੁਰਬਾਣੀ ਹੈ। ਆਨੰਦ ਆਧਾਰਿਤ ਦੀਹ ਵਿਚਾਰਦ। ਫਿਰ ਵੱਡਾ ਜਿਹੜਾ ਆਨੰਦ ਹੈ ਉਹ ਹੈ ਆਤਮਿਕ ਆਨੰਦ। ਸੰਸਾਰ ਦੇ ਮਾਇਆਵੀ ਪਦਾਰਥਾਂ ਦੇ ਆਨੰਦ ਤੇ ਖਿਨ ਭੰਗਰੀ ਹੈ ਨਾ, ਪਰ ਗੁਰਬਾਣੀ ਜਿਹੜੀ ਹੈ ਉਹ ਵੱਡਾ ਆਤਮਿਕ ਆਨੰਦ ਪ੍ਰਦਾਨ ਕਰ ਦੇਣ ਵਾਲੀ ਹੈ। ਜੋ ਗੁਰਬਾਣੀ ਪੜ੍ਹਦੇ ਸੁਣਦੇ ਉਹਨਾਂ ਨੂੰ ਆਤਮਿਕ ਆਨੰਦ ਜਿਹੜਾ ਉਹ ਬਖਸ਼ ਦਿੰਦੀ ਹੈ। ਫਿਰ ਦਾਰਦ ਨਾਮ ਗਰੀਬੀ ਦਾ ਤੇ ਆਦਾਰਦ ਨਾਮ ਖੁਸ਼ਹਾਲੀ ਦਾ ਹੈ, ਖੇੜੇ ਦਾ ਹੈ। ਸੋ ਗੁਰਬਾਣੀ ਆਦਾਰਦ ਖੁਸ਼ੀ, ਖੇੜਾ, ਖੁਸ਼ਹਾਲੀ, ਪ੍ਰਸੰਨਤਾ ਜਿਹੜੀ ਹੈ ਉਹਨੂੰ ਦੇਣ ਵਾਲੀ ਹੈ। ਫਿਰ ਦੀਹ ਵਿਚਾਰਦ ਜਿਹੜੀ ਵੱਡੀ ਸੱਤ ਅਸੱਤ ਦੀ ਵਿਚਾਰ ਹੈ, ਜਿਹੜੀ ਸਾਰ ਅਸਾਰ ਦੀ ਵਿਚਾਰ ਹੈ, ਜਿਹੜੀ ਜੜ ਚੇਤਨ ਦੀ ਵਿਚਾਰ ਹੈ, ਉਹ ਵੱਡੀ ਵਿਚਾਰ ਪ੍ਰਦਾਨ ਕਰ ਦੇਣ ਵਾਲੀ ਹੈ। ਗੁਰਬਾਣੀ ਸੱਤ ਅਸੱਤ ਦਾ ਨਿਰਣਾ ਕਰਕੇ ਵਿਖਾ ਦਿੰਦੀ ਹੈ। ਗੁਰਬਾਣੀ ਸਾਰ ਅਸਾਰ ਨੂੰ ਵੱਖਰਿਆਂ ਕਰਕੇ ਵਿਖਾ ਦਿੰਦੀ ਹੈ। ਪੈ ਆਪ ਕੀ ਜਿਮ ਰੀਤ, ਜਿਵੇਂ ਦੁੱਧ ਤੇ ਪਾਣੀ ਮਿਸ਼ਰਣ ਹੁੰਦਾ ਹੈ ਤੇ ਦੁੱਧ ਤੇ ਪਾਣੀ ਦੋਨੋਂ ਨੂੰ ਜਿਵੇਂ ਖਟਿਆਈ ਪਾ ਦਈਏ ਤੇ ਵੱਖ-ਵੱਖ ਕਰਕੇ ਵਿਖਾ ਦਿੰਦੀ ਹੈ। ਖਟਿਆਈ ਦੁੱਧ ਵੱਖਰਾ ਤੇ ਪਾਣੀ ਵੱਖਰਾ ਹੋ ਜਾਂਦਾ ਹੈ। ਇਉਂ ਗੁਰਬਾਣੀ ਜਿਹੜੀ ਹੈ ਸਾਰ ਅਸਾਰ ਮਿਲੇ ਹੋਏ ਹੈ। ਅਗਿਆਨਤਾ ਵਸ ਜੀਵ ਨੇ ਮਿਲੇ ਸਮਝ ਲਏ ਹੋਏ ਹੈ। ਵਾਸਤਵਿਕ ਮਿਲੇ ਤੇ ਨਹੀਂ ਹੈ, ਪਰ ਅਗਿਆਨਤਾ ਵਸ ਮਿਲੇ ਸਮਝ ਲਏ ਹੋਏ ਹੈ ਕਿ ਆਤਮਾ ਨੂੰ ਸਰੀਰ ਵਿੱਚ ਕਲਪਦਾ ਹੈ ਤੇ ਸਰੀਰ ਨੂੰ ਆਤਮਾ ਵਿੱਚ ਕਲਪਦਾ। ਕਹਿੰਦਾ ਹੈ ਕਿ ਮੈਂ ਦੁਖੀ ਹਾਂ, ਮੈਂ ਸੁਖੀ ਹਾਂ, ਇਹ ਮਨ ਦੇ ਧਰਮ ਹੈ ਤੇ ਇਸ ਨੂੰ ਆਤਮਾ ਵਿੱਚ ਕਲਪ ਲੈਂਦਾ ਹੈ। ਮੈਂ ਤੇ ਆਤਮਾ ਹੈ ਤੇ ਮੈਂ ਜੰਮਦਾ ਹਾਂ, ਮੈਂ ਮਰਦਾ ਹਾਂ। ਇਹ ਜੰਮਣ ਮਰਨ ਸਰੀਰ ਦੇ ਧਰਮ ਹੈ, ਇਹਨੂੰ ਆਤਮਾ ਵਿੱਚ ਕਲਪ ਲੈਂਦਾ ਹੈ। ਮੈਂ ਜੰਮਦਾ, ਮੈਂ ਮਰਦਾ, ਮੈਂ ਤੇ ਅਜਨਮਾ ਹਾਂ, ਮੈਂ ਤੇ ਮ੍ਰਿਤੂ ਰਹਿਤ ਹਾਂ। ਇਸੇ ਪ੍ਰਕਾਰ ਫਿਰ ਮੈਨੂੰ ਭੁੱਖ ਲੱਗੀ ਹੈ, ਮੈਨੂੰ ਤ੍ਰੇਹ ਲੱਗੀ ਹੈ,
ਇਹ ਭੁੱਖ ਤੇ ਤੇਰੇ ਪ੍ਰਾਣਾਂ ਦੇ ਧਰਮ ਹਨ। ਆਤਮਾ ਵਿੱਚ ਕਲਪ ਲੈਂਦਾ ਹੈ ਕਿ ਮੈਂ ਭੁੱਖਾ ਹਾਂ, ਮੈਂ ਪਿਆਸਾ ਹਾਂ। ਇਸੇ ਪ੍ਰਕਾਰ ਫਿਰ ਕਹਿੰਦਾ ਮੈਂ ਬਹੁਤ ਆਨੰਦਿਤ ਹਾਂ, ਮੈਂ ਬਹੁਤ ਖੁਸ਼ ਹਾਂ। ਤੇ ਆਨੰਦ ਤੇ ਆਤਮਾ ਦਾ ਸਰੂਪ ਹੈ, ਉਹਨੂੰ ਸਰੀਰ ਵਿੱਚ ਕਲਪ ਲੈਂਦਾ ਹੈ ਜਾਂ ਮਨ ਵਿੱਚ ਕਲਪ ਲੈਂਦਾ ਹੈ। ਇਹਨੂੰ ਕਹਿੰਦੇ ਅਨਯੋਨਿਆ ਅਧਿਆਸ ਹੋ ਗਿਆ। ਅਨਯੋਨਿਆ ਅਧਿਆਸ ਮਿਸ਼ਰਨ ਕਰ ਲਿਆ ਹੋਇਆ। ਪਾਣੀ ਤੇ ਦੁੱਧ ਜਿਵੇਂ ਇਕੱਠੇ ਮਿਲ ਜਾਂਦੇ ਆ ਨਾ, ਇਉਂ ਝੂਠ ਤੇ ਸੱਚ ਦੋਨਾਂ ਨੂੰ ਇਸ ਤਰ੍ਹਾਂ ਗਿਆਨਤਾ ਵਸ ਇਸਨੇ ਮੇਲ ਲਿਆ ਹੋਇਆ ਕਿ ਇਹਨੂੰ ਨਾ ਸੱਚ ਦਾ ਪਤਾ ਲੱਗ ਰਿਹਾ ਨਾ ਝੂਠ ਦਾ। ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਸਮਝਦਾ। ਦੇਹੀ ਅਸਤਿ ਹੈ, ਆਤਮਾ ਸਤਿ ਹੈ। ਸਰੀਰ ਮਿੱਥ ਹੈ, ਆਤਮਾ ਸਦੀਵ ਰਹਿਣ ਵਾਲਾ ਹੈ। ਵਿਅਸ਼ਟੀ ਤਲ ਤੇ ਸਮਸ਼ਟੀ ਤਲ ਤੇ ਸੰਸਾਰ ਨਸ਼ਵਰ ਹੈ, ਪਰ ਅਧਿਸ਼ਠਾਨ ਸਰੂਪ ਬ੍ਰਹਮ ਸਤਿ ਹੈ। ਸੰਸਾਰ ਕਾਲਪਨਿਕ ਹੈ, ਅਧਿਸ਼ਠਾਨ ਸਰੂਪ ਪਰਮਾਤਮਾ ਸਤਿ ਹੈ। ਦੋਨਾਂ ਨੂੰ ਮਿਸ਼ਰਨ ਕਰਕੇ ਇਸਨੇ ਸਮਝ ਲਿਆ ਹੋਇਆ ਹੈ। ਸੋ ਦੋਨਾਂ ਨੂੰ ਵੱਖ-ਵੱਖ ਕਰਨ ਵਾਲੀ ਜਿਹੜੀ ਉਜਵਲ ਆਤਮ ਵਿਸ਼ੈਣੀ ਬੁੱਧੀ ਹੈ ਨਾ, ਇਹ ਗੁਰਬਾਣੀ ਦਿੰਦੀ ਹੈ। ਗੁਰਬਾਣੀ ਦਾ ਜਾਪ ਕਰੀਏ, ਗੁਰਬਾਣੀ ਨੂੰ ਪੜ੍ਹੀਏ, ਗੁਰਬਾਣੀ ਨੂੰ ਵਿਚਾਰੀਏ, ਤਾਂ ਫਿਰ ਸਾਰ ਤੇ ਅਸਾਰ, ਝੂਠ ਤੇ ਸੱਚ ਦੋਨਾਂ ਨੂੰ ਵੱਖਰਿਆਂ ਵੱਖਰਿਆਂ ਕਰਕੇ ਵੇਖ ਲਈਦਾ। ਐਸੀ ਆਤਮ ਸ਼ੈਣੀ ਬੁੱਧੀ ਦੀ ਦਾਤ ਗੁਰਬਾਣੀ ਦੇਣ ਵਾਲੀ ਹੈ। ਚਾਰ ਦਇਆ ਨਿਧ ਕੇ ਪਗ ਪੰਕਜ। ਐਸੀ ਜਿਹੜੀ ਗੁਰਬਾਣੀ ਹੈ ਨਾ, ਉਹ ਚਾਰ ਨਾਮ ਸੁੰਦਰ ਹੈ। ਫਿਰ ਦਇਆ ਦੀ ਨਿਧੀ ਹੈ, ਦਇਆ ਦਾ ਸਮੁੰਦਰ ਹੈ ਗੁਰਬਾਣੀ। ਜੋ ਗੁਰਬਾਣੀ ਦੀ ਸ਼ਰਨ ਵਿੱਚ ਆ ਜਾਂਦਾ ਹੈ, ਐਸੀ ਦਇਆ ਦੀ ਨਿਧੀ ਹੈ ਕਿ ਸ਼ਰਨ ਆਉਣ ਵਾਲੇ ਪ੍ਰਤੀ ਇੱਕ ਪਾਪੀ ਅਪਰਾਧੀ ਗੁਨਹਗਾਰ ਨੂੰ ਬਖਸ਼ ਦਿੰਦੀ ਹੈ। ਐਸੀ ਦਇਆ ਦੀ ਨਿਧੀ। ਦਇਆ ਕਿਸ ਨੂੰ ਕਹਿੰਦੇ ਆ? ਦਇਆ ਕਿ ਜਿਹੜਾ ਅਸਹਾਈ ਹੋਵੇ ਉਹਦੀ ਸਹਾਇਤਾ ਕਰਨੀ ਹੀ ਦਇਆ ਕਹਿਲਵਾਉਂਦੀ ਹੈ। ਜਿਹੜਾ ਕਿਸੇ ਵੀ ਕਾਰਜ ਵਿੱਚ ਅਸਹਾਏ ਹੋਵੇ ਉਹਦੀ ਸਹਾਇਤਾ ਕਰ ਦੇਣੀ, ਇਹੀ ਦਇਆ ਹੈ। ਜੈਸੇ ਜੋ ਯੁਧਿਸ਼ਟਰ ਹੈ, ਯੁਧਿਸ਼ਟਰ ਭਗਵਾਨ ਕ੍ਰਿਸ਼ਨ ਜੀ ਦੇ ਕੋਲ ਰੋਜ਼ ਜਾਂਦਾ ਦਰਸ਼ਨ ਕਰਨ, ਤੇ ਇੱਛਾ ਮਨ ਵਿੱਚ ਹੈ ਕਿ ਮੈਨੂੰ ਭਗਤ ਕਹਿ ਕੇ ਬੁਲਾਉਣ। ਪਰ ਜਦੋਂ ਵੀ ਜਾਂਦਾ ਭਗਵਾਨ ਕਹਿੰਦੇ ਆਓ ਰਾਜਨ। ਇੰਦਰਪ੍ਰਸਥ ਦਾ ਰਾਜਾ ਹੈ, ਰਾਜਨ ਕਹਿ ਕੇ ਬੁਲਾਉਂਦੇ। ਇੱਕ ਦਿਨ ਦੀ ਗਾਥਾ ਹੈ ਕਿ ਯੁਧਿਸ਼ਟਰ ਸ਼ਿਕਾਰ ਖੇਲਣ ਗਏ ਜੰਗਲ ਵਿੱਚ, ਤੇ ਉੱਥੇ ਕੀ ਕੌਤਕ ਹੋਇਆ ਹੈ ਕਿ ਇੱਕ ਭੀਲਾਂ ਦੀ ਕੁੜੀ, ਜਿਸ ਦੇ ਬੱਚਾ ਹੋ ਰਿਹਾ ਸੀ, ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋ ਰਹੀ ਸੀ, ਬੜੀ ਪੀੜਾ ਵਿਆਪ ਰਹੀ ਸੀ, ਨੇੜੇ ਕੋਈ ਵੀ ਨਹੀਂ ਸੀ ਉਸਦੇ। ਉਸਦੇ ਦਰਦ, ਉਸਦੇ ਦੁੱਖ ਨੂੰ ਸੁਣ ਕੇ ਅਸਹਾਏ ਸੀ ਨਾ, ਕੋਈ ਸਹਾਇਤਾ ਕਰਨ ਵਾਲਾ ਨਹੀਂ ਸੀ। ਤੇ ਯੁਧਿਸ਼ਟਰ ਜੀ ਲਾਗੇ ਗਏ, ਨੇੜੇ ਜਾ ਕੇ ਪੁੱਛਦੇ ਆ, ਭੈਣ ਅਨੁਮਤੀ ਹੋਵੇ ਤੇ ਅੱਖਾਂ ਤੇ ਪੱਟੀ ਬੰਨ੍ਹ ਕੇ ਮੈਂ ਮਦਦ ਕਰ ਸਕਦਾ ਹਾਂ। ਉਸਨੇ ਅਨੁਮਤੀ ਦਿੱਤੀ ਭੀਲਾਂ ਦੀ ਕੁੜੀ ਨੇ। ਯੁਧਿਸ਼ਟਰ ਨੇ ਦਾਈ ਦੀ ਜਿਹੜੀ ਡਿਊਟੀ ਹੈ ਉਹ ਨਿਭਾਈ ਹੈ, ਦਾਈ ਵਾਲਾ ਫਰਜ਼ ਨਿਭਾਇਆ। ਸੰਤਾਨ ਹੋਈ ਤੇ ਭੀਲਾਂ ਦੀ ਕੁੜੀ ਨੂੰ ਸੁਖ ਹੋਇਆ, ਦੁੱਖ ਕੱਟਿਆ ਗਿਆ। ਅੱਜ ਜਦੋਂ ਵਾਪਸ ਆਏ ਹੈ ਯੁਧਿਸ਼ਟਰ ਭਗਵਾਨ ਦੇ ਦਰਸ਼ਨ ਕਰਨ, ਤੇ ਭਗਵਾਨ ਕਹਿੰਦੇ ਆਓ ਭਗਤ ਜੀ। ਪੁੱਛਿਆ ਕਿ ਅੱਜ ਭਗਤ ਕਿਉਂ ਕਿਹਾ? ਕਿ ਅੱਜ ਤੁਸੀਂ ਦਇਆ ਕਰਕੇ ਆਇਓ। ਦਇਆ ਅਸਹਾਏ ਦੀ ਸਹਾਇਤਾ ਕਰਨੀ। ਜਿਹੜਾ ਅਸਹਾਏ ਹੋਵੇ ਕਿਸੇ ਵੀ ਪੱਖ ਤੋਂ ਲੈ ਕੇ ਉਸ ਦੀ ਸਹਾਇਤਾ ਕਰਨੀ। ਤੇ ਗੁਰਬਾਣੀ ਅੰਦਰ ਦਇਆ ਨੂੰ ਧਰਮ ਦੀ ਮਾਤਾ ਕਰਕੇ ਕਿਹਾ, ਧੌਲ ਧਰਮ ਦਇਆ ਕਾ ਪੂਤ। ਧਰਮ ਰੂਪੀ ਧੌਲਾ ਬੋਲ ਦਇਆ ਦਾ ਹੀ ਪੁੱਤਰ ਹੈ।
ਦਇਆ ਦੀ ਮਹਿਮਾ ਐਡੀ ਵੱਡੀ ਕੀ ਕਹਿੰਦੇ ਐ ਕਿ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। 68 ਤੀਰਥਾਂ ਦੇ ਇਸ਼ਨਾਨ ਦਾ ਫਲ ਸਰੂਪ ਪ੍ਰਾਪਤ ਹੋ ਜਾਂਦਾ ਹੈ ਕਿਸੇ ਅਸਹਾਏ ਤੇ ਉਹਦੀ ਸਹਾਇਤਾ ਕਰਕੇ ਦਇਆ ਕਰਦੇ ਨੇ। ਤੇ ਆਪਾਂ ਸਾਰੇ ਅਸਹਾਏ ਹੀ ਹਾਂ, ਕਿਉਂਕਿ ਪ੍ਰਲੋਕ ਵਿੱਚ ਸਾਡੇ ਨਾਲ ਕੋਈ ਜਾਣ ਵਾਲਾ ਨਹੀਂ ਹੈ। ਅਸੀਂ ਇਕੱਲੇ ਅਨਾਥ ਯਤੀਮ ਅਸਹਾਏ ਹਾਂ। ਤੇ ਐਸਾ ਅਸਹਾਏ ਜੀਵ ਜਦੋਂ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆਉਂਦਾ, ਜਦੋਂ ਅਸਹਾਏ ਜੀਵ ਗੁਰਬਾਣੀ ਦੀ ਸ਼ਰਨ ਵਿੱਚ ਆਉਂਦਾ, ਕਿਤਨਾ ਵੀ ਪਾਪੀ ਅਪਰਾਧੀ ਗੁਨਹਗਾਰ ਹੋਵੇ, ਪਾਪੀ ਅਪਰਾਧੀ ਗੁਨਹਗਾਰ ਹੋਣੇ ਨਾਤੇ ਅਸਹਾਏ ਹੈ। ਪਰਮਾਰਥ ਵਿੱਚ ਉਹਦਾ ਕੋਈ ਸਹਾਇਕ ਨਹੀਂ ਹੈ ਜੀਵ ਦਾ, ਕਿਉਂਕਿ ਜੀਵ ਇਕੱਲਾ ਹੀ ਜਾਂਦਾ ਹੈ ਪਰਲੋਕ ਨੂੰ। ਭਾਵੇਂ ਇੱਥੇ ਅਨੇਕਾਂ ਹੀ ਸੱਜਣ ਮਿੱਤਰ ਬਣਾਉਂਦਾ ਸੰਸਾਰ ਤੇ, ਜਾਂ ਧਨ ਪਦਾਰਥ ਜੋੜਦਾ, ਸੋਚਦਾ ਹੈ ਕਿ ਮੇਰੇ ਸੰਗੀ ਸਾਥੀ ਹੈ, ਪਰ ਜਦੋਂ ਕਾਲ ਦਾ ਡੰਕਾ ਆ ਕੇ ਵੱਜਦਾ ਹੈ ਨਾ, ਉਦੋਂ ਕੋਈ ਵੀ ਸੰਬੰਧੀ, ਨਾ ਕੋਈ ਸਾਥੀ, ਨਾ ਕੋਈ ਧਨ ਦੌਲਤ ਸੰਪਤੀ, ਨਾ ਚਤਰੰਗਣੀ ਫੌਜ, ਨਾ ਰੱਥ ਘੋੜੇ ਸੁਖ ਪਾਲਕੀਆਂ, ਕੁਝ ਵੀ ਨਾਲ ਨਹੀਂ ਜਾਂਦਾ, ਸਭ ਇੱਥੇ ਹੀ ਰਹਿ ਜਾਂਦਾ। ਉਦੋਂ ਜੀਵ ਇਕੱਲਾ ਹੁੰਦਾ, ਅਸਹਾਏ ਹੁੰਦਾ। ਤੇ ਉਥੇ ਅਸਹਾਏ ਕਾਲ ਵੇਲੇ ਫਿਰ ਗੁਰਬਾਣੀ ਸਹਾਇਤਾ ਕਰਦੀ ਹੈ। ਜਿਹੜਾ ਗੁਰਬਾਣੀ ਦੀ ਸ਼ਰਨ ਪਕੜ ਲੈਂਦਾ, ਸਰੀਰ ਦੇ ਹੁੰਦਿਆਂ ਸਵਾਸਾਂ ਦੇ ਚਲਦਿਆਂ ਜਿਹੜਾ ਗੁਰਬਾਣੀ ਦੀ ਸ਼ਰਨ ਵਿੱਚ ਆ ਜਾਂਦਾ ਹੈ, ਐਸੀ ਗੁਰਬਾਣੀ ਦਇਆ ਦੀ ਨਿਧੀ ਹੈ, ਦਇਆ ਦਾ ਖਜ਼ਾਨਾ ਹੈ, ਦਇਆ ਦਾ ਸਮੁੰਦਰ ਹੈ ਕਿ ਸ਼ਰਨ ਆਉਣ ਵਾਲੇ ਦੇ ਗੁਨਾਹ ਔਗਣ ਅਪਰਾਧ ਨਹੀਂ ਚਿਤਾਰਦੀ ਗੁਰਬਾਣੀ। ਜੋ ਸ਼ਰਨ ਵਿੱਚ ਆ ਜਾਂਦਾ ਹੈ ਉਸ ਨੂੰ ਗੁਰਬਾਣੀ ਭਵ ਸਾਗਰ ਤੋਂ ਪਾਰ ਕਰ ਦਿੰਦੀ ਹੈ। ਐਸੀ ਦਇਆ ਦੀ ਨਿਧੀ ਹੈ। ਤਿਸ ਗੁਰਬਾਣੀ ਦੇ ਜਿਹੜੇ ਪਦ ਪੰਕਜ, ਜਿਹੜੇ ਚਰਨ ਕਮਲ ਹਨ, ਬੰਦਨ ਨਾਮ ਜਪਉ ਬਾਰ ਸਾਰਦ। ਤਿਸ ਗੁਰਬਾਣੀ ਦੇ ਜਿਹੜੇ ਨਾਮ ਰੂਪੀ ਚਰਨ ਹੈ, ਉਹਨਾਂ ਦੇ ਚਰਨਾਂ ਤੇ ਅਸੀਂ ਬੰਦਨਾ ਕਰਦੇ ਹਾਂ, ਨਮਸਕਾਰ ਕਰਦੇ ਹਾਂ। ਤੇ ਨਾਮ ਜਪੋ ਬਰ ਸਾਰਦ। ਸਾਰਦ ਨਾਮ ਸਰਸਵਤੀ ਸਰੂਪ ਬਾਣੀ ਅਥਵਾ ਹੇ ਗੁਰਬਾਣੀ, ਐਸੀ ਸਾਡੇ ਤੇ ਦਇਆ ਕਰ, ਰਹਿਮਤ ਕਰ, ਬਖਸ਼ਿਸ਼ ਕਰ ਕਿ ਅਸੀਂ ਤੇਰੇ ਦੁਆਰਾ ਉਪਦੇਸ਼ ਲੈ ਕੇ ਤੇ ਨਿਰੰਤਰ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਸ ਨੂੰ ਜਪਦੇ ਰਹੀਏ, ਸਿਮਰਨ ਦੇ ਅਭਿਆਸੀ ਬਣੇ ਰਹੀਏ। ਐਸੀ ਇਹ ਪਾਵਨ ਗੁਰਬਾਣੀ ਹੈ। ਇਉਂ ਕਵੀ ਜੀ ਗੁਰਬਾਣੀ ਦਾ ਮੰਗਲ ਕਰਦੇ ਹੈ। ਚਿਤਰ ਪਦਾ ਛੰਦ ਮਾਰ ਮਨਿੰਦ ਬੇਕਾਰਨ ਬ੍ਰਿੰਦ। ਹੁਣ ਆਪਣੇ ਇਸ਼ਟ ਗੁਰੂ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਮੰਗਲ ਕਵੀ ਜੀ ਕਰਦੇ ਆ ਕਿ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਿਹੜੇ ਹੈ ਉਹ ਭਾਈ ਐਸੇ ਸਤਿਗੁਰੂ ਜੀ ਵੱਡਿਆਂ ਤੋਂ ਵੱਡੇ ਤੇ ਐਸੇ ਦਇਆ ਕਿਰਪਾ ਦੇ ਨਿਧਾਨ ਖਜ਼ਾਨੇ ਹੈ। ਮਾਰ ਮਨਿੰਦ ਬਕਾਰਨ ਬ੍ਰਿੰਦ, ਜਿਹੜੇ ਸਮੂਹ ਵੱਡੇ ਵਕਾਰ ਹੈ, ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਸ਼ਬਦ ਹੈ, ਸਪਰਸ ਹੈ, ਰੂਪ ਹੈ, ਰਸ ਹੈ, ਗੰਧ ਹੈ। ਇਹਨਾਂ ਸਮੂਹ ਵੱਡੇ ਵਕਾਰ ਜਿਹੜੇ ਇਹ ਤੇ ਮਾਰ ਵਾਂਗੂ, ਮਾਰ ਹੁੰਦਾ ਸੱਪ, ਇਹ ਤੇ ਸੱਪ ਦੀ ਨਿਆਈ ਹੈ। ਬਿਲੰਦ ਖਗਿੰਦ ਬਲੀ ਸਮ ਮਾਰ। ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਖਗਿੰਦ, ਜਿਹੜਾ ਖਗ ਨਾਮ ਪੰਛੀਆਂ ਦਾ, ਇੰਦ ਨਾਮ ਰਾਜਾ ਹੈ, ਭਾਵ ਗਰੜ। ਸਤਿਗੁਰੂ ਜੀ ਬਿਲੰਦ ਵੱਡੇ ਗਰੜ ਦੀ ਨਿਆਈ ਹਨ
ਤੇ ਜਿਵੇਂ ਗਰੜ ਸੱਪ ਨੂੰ ਦਬੋਚ ਲੈਂਦਾ, ਜਿਵੇਂ ਗਰੜ ਸੱਪ ਨੂੰ ਮਾਰ ਦਿੰਦਾ, ਇਸੇ ਤਰ੍ਹਾਂ ਸਤਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਹਿਰਦਿਆਂ ਵਿੱਚੋਂ ਜਿਹੜੇ ਵਿਕਾਰਾਂ ਰੂਪੀ ਸੱਪ ਹੈ ਉਹਨਾਂ ਨੂੰ ਗਰੜ ਦੀ ਨਿਆਈ ਮਾਰ ਦੇਣ ਵਾਲੇ ਹੈ, ਨਾਸ ਕਰ ਦੇਣ ਵਾਲੇ ਹੈ। ਮਾਰ ਹੰਕਾਰੈ ਹੈ, ਕ੍ਰੋਧੈ ਹੈ, ਲੋਭੈ ਹੈ। ਫਿਰ ਮਾਰ ਨਾਮ ਕਾਮ ਦਾ ਹੈ। ਕਾਵਿ ਰਚਨਾ ਦੀ ਵੀ ਬਾ ਕਮਾਲਤਾ ਵੇਖੀ ਜਾਣਾ। ਮਾਰ ਤੋਂ ਪੰਕਤੀ ਆਰੰਭ ਕੀਤੀ, ਮਾਰ ਤੇ ਸਮਾਪਤ ਕੀਤੀ ਹੈ। ਦੂਜੀ ਫਿਰ ਮਾਰ ਤੋਂ ਆਰੰਭ ਕਰਦੇ ਹੈ ਤੇ ਪਾਰ ਤੇ ਸਮਾਪਤ ਕਰਕੇ ਫਿਰ ਪਾਰ ਤੋਂ ਹੀ ਤੀਜੀ ਪੰਕਤੀ ਆਰੰਭ ਕਰਨਗੇ ਤੇ ਤੀਜੀ ਦਾਰ ਤੇ ਸਮਾਪਤ ਕਰਕੇ ਚੌਥੀ ਫਿਰ ਦਾਰ ਤੋਂ ਆਰੰਭ ਕਰਨਗੇ ਤੇ ਚੌਥੀ ਦੀ ਸਮਾਪਤੀ ਜਿਵੇਂ ਪਹਿਲੀ ਮਾਰ ਤੋਂ ਆਰੰਭ ਕੀਤੀ ਹੈ, ਚੌਥੀ ਦੀ ਸਮਾਪਤੀ ਫਿਰ ਮਾਰ ਤੇ ਹੀ ਕਰਨਗੇ। ਕਾਵਿ ਰਚਨਾ ਦੀ ਵੀ ਬਾ ਕਮਾਲਤਾ ਜਿਹੜੀ ਹੈ ਨਾ ਉਹ ਸੁਣੀ ਜਾਣਾ। ਸੋ ਕਵੀ ਜੀ ਕਥਨ ਕਰਦੇ ਆ, ਮਾਰ ਹੰਕਾਰ ਕ੍ਰੋਧ ਹੈ, ਲੋਭ ਹੈ, ਮਾਰ ਨਾਮ ਕਾਮ ਦਾ ਹੈ। ਹੰਕਾਰ, ਕ੍ਰੋਧ, ਲੋਭ ਅਤੇ ਮੋਹ, ਮੋਹ ਸਮੂਲ ਹੈ ਦੇਤ ਉਪਾਰ। ਇਹ ਜਿਹੜੇ ਵਕਾਰ ਹੈ ਇਹਨਾਂ ਨੂੰ ਸਮੂਲੇ ਮੁੱਢ ਤੋਂ ਹੀ ਸਤਿਗੁਰੂ ਜੀ ਪੁੱਟ ਦਿੰਦੇ। ਸ਼ਰਨ ਆਉਣ ਵਾਲੇ ਜਿਹੜੇ ਸਿੱਖ ਹੈ ਨਾ, ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਚੱਲ ਕੇ ਆਉਂਦੇ ਆ, ਉਹਨਾਂ ਦੇ ਅੰਦਰੋਂ ਵਕਾਰਾਂ ਨੂੰ ਸਤਿਗੁਰੂ ਜੀ ਮੁੱਢ ਤੋਂ ਹੀ ਪੁੱਟ ਕੇ ਖਦੇੜ ਦਿੰਦੇ, ਨਾਸ ਕਰ ਦਿੰਦੇ ਆ। ਪਾਰ ਕਰੇ ਨਿਜ ਸੇਵਕ ਕੇ ਗਨ। ਜਿਨ੍ਹਾਂ ਨੇ ਆਪਣੇ ਸੇਵਕਾਂ ਦੇ ਗਣ ਸਮੁਦਾਏ ਭਵ ਸਾਗਰ ਤੋਂ ਪਾਰ ਕੀਤੇ, ਐਸੇ ਧੰਨ ਗੁਰੂ ਨਾਨਕ ਦੇਵ ਜੀ ਹੈ। ਕਹਿੰਦੇ ਅੰਤਰਿਕਸ਼ ਦੇ ਵਿੱਚ, ਆਕਾਸ਼ ਵਿੱਚ ਇੰਨੇ ਤਾਰੇ ਨਹੀਂ ਹੋਣੇ ਤੇ ਸਮੁੰਦਰ ਦੀਆਂ ਇੰਨੀਆਂ ਲਹਿਰਾਂ ਵੀ ਨਹੀਂ ਹੋਣੀਆਂ ਤੇ ਬਰਸਾਤ ਦੀਆਂ ਇੰਨੀਆਂ ਬੂੰਦਾਂ ਵੀ ਨਹੀਂ ਹੋਣੀਆਂ। ਤੇ ਇਸੇ ਪ੍ਰਕਾਰ ਫਿਰ ਕਹਿੰਦੇ ਐ ਕਿ ਪਵਨ ਵਿੱਚ ਉੱਡਣ ਵਾਲੇ ਜਿਹੜੇ ਰੇਤਾ ਦੇ ਕਣ ਹੈ ਨਾ ਉਹ ਵੀ ਇੰਨੇ ਨਹੀਂ ਹੋਣੇ ਜਿੰਨੇ ਭਵ ਸਾਗਰ ਤੋਂ ਜੀਵ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਤਾਰੇ ਹੈ। ਕਿਨੂੰ ਕਿਨੂੰ ਨਹੀਂ ਤਾਰਿਆ। ਕੌਡੇ ਰਾਖਸ਼ ਵਰਗੇ ਜਿਹੜੇ ਸਨਗੇ ਸਰਾਪੇ ਹੋਏ ਉਹਨਾਂ ਨੂੰ ਭਵ ਸਾਗਰ ਤੋਂ ਤਾਰਿਆ। ਸਮੁੰਦਰ ਵਿੱਚ ਸਰਾਪੇ ਵੱਡੇ ਵੱਡੇ ਮੱਛ ਬਣੇ ਹੋਇਆਂ ਨੂੰ ਭਵ ਸਾਗਰ ਤੋਂ ਤਾਰਿਆ। ਇਸੇ ਪ੍ਰਕਾਰ ਫਿਰ ਜਿਹੜੇ ਬਹੁਤ ਅਭਿਮਾਨੀ ਤੇ ਅਹੰਕਾਰੀ ਵਲੀ ਕੰਧਾਰੀ ਵਰਗੇ ਸਨਗੇ ਉਹਨਾਂ ਨੂੰ ਭਵ ਸਾਗਰ ਤੋਂ ਤਾਰਿਆ। ਸੱਜਣ ਠੱਗ ਵਰਗਿਆਂ ਦੀ ਸਤਿਗੁਰਾਂ ਕਲਿਆਣ ਕੀਤੀ। ਫਿਰ ਦੇਵਲੂਤ ਰਾਖਸ਼ ਵਰਗੇ ਜਿਹੜੇ ਸਨਗੇ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਤਾਰਿਆ। ਕਿਸ ਕਿਸ ਦੀ ਗਿਣਤੀ ਕਰੀਏ, ਗਿਣਤੀ ਹੋ ਹੀ ਨਹੀਂ ਸਕਦੀ। ਅੰਤਰਿਕਸ਼ ਵਿੱਚ ਕੋਈ ਤਾਰਿਆਂ ਨੂੰ ਗਿਣ ਸਕਦਾ ਹੈ? ਕਦੇ ਨਹੀਂ। ਪਰ ਸੰਭਵ ਕਿ ਕੋਈ ਗਿਣ ਵੀ ਸਕੇ। ਭਾਵ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਜਿੰਨੇ ਜੀਵ ਭਵ ਸਾਗਰ ਤੋਂ ਤਾਰੇ ਉਹ ਨਹੀਂ ਗਿਣੇ ਜਾ ਸਕਦੇ। ਸੋ ਕਵੀ ਜੀ ਕਹਿੰਦੇ ਹੈ ਕਿ ਪਾਰ ਕਰੇ ਨਿਜ ਸੇਵਕ ਗੇ ਗਣ। ਗਣ ਨਾਮ ਸਮੁਦਾਏ, ਬੇਅੰਤ ਸੇਵਕ ਜਿਨ੍ਹਾਂ ਨੇ ਭਵ ਸਾਗਰ ਤੋਂ ਪਾਰ ਕੀਤੇ ਹੈ। ਦੇ ਧਨ ਕੋ ਸਤ ਨਾਮ ਉਦਾਰ। ਅਤੇ ਫਿਰ ਉਦਾਰ ਸਖੀ ਹਿਰਦੇ ਨਾਲ ਨਾਮ ਧਨ ਦਾ ਖੁੱਲਾ ਦਾਨ ਦਿੱਤਾ ਹੈ ਸਤਿਗੁਰਾਂ ਨੇ। ਜਿਹੜਾ ਨਾਮ ਰੂਪੀ ਸਤਨਾਮ ਰੂਪੀ ਧਨ ਹੈ ਨਾ, ਸੱਚਾ ਧਨ ਜਿਹੜਾ ਕਦੇ ਮਿਟਣ ਵਾਲਾ ਹੀ ਨਹੀਂ ਹੈ। ਇਹੋ ਧਨ ਅਖੁੱਟ ਨਾ ਨਿਖੁੱਟੈ, ਨਾ ਜਾਏ ਪੂਰੈ ਸਤਿਗੁਰ ਦੀਆ ਦੇਖਾਏ। ਇਹ ਜਿਹੜਾ ਅਖੁੱਟ ਧਨ ਨਾਮ ਰੂਪੀ ਧਨ ਹੈ, ਸਤਨਾਮ ਰੂਪੀ ਧਨ, ਇਹ ਉਦਾਰ ਸਖੀ ਹਿਰਦੇ ਦੁਆਰਾ ਸਤਿਗੁਰਾਂ ਨੇ ਜਿਹੜਾ ਹੈ ਉਹ ਆਪਣੇ ਸਿੱਖਾਂ ਨੂੰ, ਸੇਵਕਾਂ ਨੂੰ, ਪਿਆਰਿਆਂ ਨੂੰ ਬਖਸ਼ਿਆ ਹੈ।
ਦਾਰਨ ਦੂਤ ਤਜੈ ਸੁਨ ਨਾਮ। ਜਿਨ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਨਾਮ ਸੁਣ ਕੇ ਹੀ ਜਿਹੜੇ ਦਾਰਨ ਭਯੰਕਰ ਦੂਤ ਜਮ ਦੂਤ ਹੈ ਉਹ ਵੀ ਛੱਡ ਜਾਂਦੇ ਆ, ਭੱਜ ਜਾਂਦੇ ਆ, ਨੇੜੇ ਨਹੀਂ ਆਉਂਦੇ। ਨਮੋ ਗੁਰ ਨਾਨਕ ਕਾਲ ਕੁਮਾਰ। ਇਹ ਬਾਬਾ ਕਾਲੂ ਜੀ ਦੇ, ਬਾਬਾ ਮਹਿਤਾ ਕਾਲੂ ਜੀ ਦੇ ਕੁਮਾਰ ਸੁਪੁੱਤਰ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ, ਤਿਨਾਂ ਨੂੰ ਸਾਡੀ ਨਮੋ ਨਮਸਕਾਰ ਹੈ, ਨਮਸਕਾਰ ਹੈ, ਨਮਸਕਾਰ ਹੈ। ਸੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਜਿਹੜਾ ਮੰਗਲ ਹੈ ਉਹ ਇਸ ਤਰ੍ਹਾਂ ਕਵੀ ਜੀ ਉਚਾਰਨ ਕਰਦੇ ਆ। ਤੇ ਕਵਿਤਾ ਦੀ ਬਾ ਕਮਾਲਤਾ ਜਿਹੜੀ ਹੈ ਕਵੀ ਜੀ ਦੀ, ਕਵੀ ਜੀ ਵਰਗਾ ਕੋਈ ਕਵੀ ਹੋਇਆ ਨਹੀਂ। ਸਾਰੇ ਰਸ ਵੀ ਕਵਿਤਾ ਵਿੱਚ ਭਰੇ ਹੋਏ ਹਨਗੇ, 9 ਰਸ ਕਵਿਤਾ ਵਿੱਚ ਭਰੇ ਹੈ। ਸਾਰੇ ਗਣਾਂ ਨੂੰ ਲੈ ਕੇ ਕਵਿਤਾ ਦੀ ਰਚਨਾ ਕਵੀ ਜੀ ਕਰਦੇ, ਕਿਉਂਕਿ ਕਵਿਤਾ ਦੇ ਵਿੱਚ ਗਣ ਹੁੰਦੇ ਹਨਗੇ, ਨਗਨ ਮਗਨ ਭਗਨ ਆਦਿ ਕਰਕੇ ਉਹ ਸਾਰੇ ਗਣਾਂ ਸੰਯੁਕਤ ਕਵੀ ਜੀ ਦੀ ਇਹ ਕਾਵਿ ਰਚਨਾ ਹੈ। ਤੇ ਫਿਰ ਕਵਿਤਾ ਦੀ ਕਮਾਲਤਾ ਮਾਰ ਤੋਂ ਆਰੰਭ ਕੀਤਾ ਹੈ। ਛੰਦ ਚਿੱਤਰਪਦਾ ਛੰਦ ਜਿਹੜਾ ਆਰੰਭ ਹੋਇਆ ਨਾ, ਮਾਰ ਤੋਂ ਆਰੰਭ ਹੋਇਆ, ਅਖੀਰ ਤੇ ਫਿਰ ਮਾਰ ਤੇ ਸਮਾਪਤ ਕੀਤਾ। ਤੇ ਪਹਿਲੀ ਪੰਕਤੀ ਮਾਰ ਤੇ ਸਮਾਪਤ ਕਰਕੇ ਦੂਜੀ ਫਿਰ ਮਾਰ ਤੋਂ ਆਰੰਭਦੇ ਹੈ, ਤੇ ਦੂਜੀ ਪਾਰ ਤੇ ਸਮਾਪਤ ਕਰਕੇ ਤੀਜੀ ਪਾਰ ਤੋਂ ਆਰੰਭਦੇ ਹੈ, ਤੀਜੀ ਦਾਰ ਤੇ ਸਮਾਪਤ ਕਰਕੇ ਚੌਥੀ ਦਾਰ ਤੋਂ ਆਰੰਭ ਕਰਦੇ ਹੈ। ਸੋ ਬਾ ਕਮਾਲ ਹੈ ਕਵੀ ਸੰਤੋਖ ਸਿੰਘ ਜੀ ਦੀ ਕਾਵਿ ਰਚਨਾ। ਜਿਹੜੇ ਪੜ੍ਹਦੇ ਹੈ ਵਿਚਾਰਦੇ ਹੈ ਉਹਨਾਂ ਨੂੰ ਇਸ ਕਾਵਿ ਰਚਨਾ ਦਾ ਬੋਧ ਹੈ। ਜਿਨ੍ਹਾਂ ਪੜ੍ਹਿਆ ਵਿਚਾਰਿਆ ਨਹੀਂ ਤੇ ਅਕਾਰਨ ਹੀ ਤਰਕਾਂ ਜਾਂ ਸੰਸਾ ਉਠਾਉਂਦੇ ਹਨ। ਸੋ ਗੁਰੂ ਕਿਰਪਾ ਕਰਨ, ਉਹਨਾਂ ਨੂੰ ਵੀ ਸ੍ਰੇਸ਼ਟ ਮੱਤ ਬਖਸ਼ਿਸ਼ ਕਰਨ। ਸਮੇਂ ਦੀ ਸਮਾਪਤੀ ਹੈ ਗੁਰੂ ਪਿਆਰਿਓ, ਇਸ ਵਾਸਤੇ ਕਥਾ ਵਿਚਾਰ ਦੀ ਅੱਜ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ। ਤੁਛ ਬੁੱਧੀ ਹੈ ਦਾਸਾਂ ਦੀ, ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸਾਧ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਸ੍ਰੇਸ਼ਟ ਮੱਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ, ਪਰਲੋਕ ਸੁਹੇਲੇ ਕਰਨ। ਪਾਰ ਕਰੇ ਨਿਜ ਸੇਵਕ ਕੇ ਗਾਨ, ਏ ਧਨ ਕੋ ਸਤਨਾਮ ਉਦਾਰ। ਦਾਰਨ ਦੂਤ ਤਜੈ ਸੁਨ ਨਾਮ, ਨਮੋ ਗੁਰ ਨਾਨਕ ਕਾਲ ਕੁਮਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।